थोड़ा खाइए, पूरा सोइए और दुगना हंसिए। आज देखते हैं लाफ्टर क्लब चले हुए हैं। हंसना अपने आप में एक बहुत ही अच्छी चीज़ है जो आपको डी स्ट्रेस करती है। जिन्ने भी पेशेंट मेरे को डायबिटीज़ ਦੇ ਆਉਂਦੇ ਆ ਔਰ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਨਹੀਂ ਹੁੰਦੀਆਂ। ਜ਼ਿਆਦਾਤਰ ਕੇਸਿਸ ਮੇਰੇ ਕੋਲ ਡਾਇਬਟੀਜ਼ ਤੇ ਓਬੈਸਿਟੀ ਦੇ ਹੀ ਹੈਗੇ ਆ। ਸਟ੍ਰੋਕ ਦਾ ਮਤਲਬ ਹੈ ਨਾੜ ਦੇ ਵਿੱਚ ਬਲੋਕੇਜ ਆ ਗਈ। ਉਹ ਨਾੜ ਦੇ ਵਿੱਚ ਬਲੋਕੇਜ ਦੇ ਕਾਰਨ ਵੱਡਿਆਂ 'ਚ ਹੋਰ ਨੇ, ਛੋਟਿਆਂ 'ਚ ਹੋਰ ਨੇ, ਬੱਚਿਆਂ 'ਚ ਹੋਰ ਨੇ। ਸ਼ੂਰ ਮਲਟੀ ਸਪੈਸ਼ਲਿਟੀ ਹਸਪੀਟਲ ਵੱਲੋਂ ਕਰਵਾਏ ਗਏ ਸੈਮੀਨਾਰ ਦੇ ਵਿੱਚ ਅੱਜ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਡਾਕਟਰ ਰਾਘਵ ਵਦਵਾ, ਨਿਊਰੋਸਰਜਨ ਨੇ। ਇਹਨਾਂ ਨੇ ਦਿਮਾਗ ਦੀਆਂ ਬਿਮਾਰੀਆਂ ਤੇ ਉਹਦੇ ਇਲਾਜ ਬਾਰੇ ਗੱਲਬਾਤ ਕੀਤੀ ਨੇ। ਸਾਡੇ ਨਾਲ ਨੇ ਡਾਕਟਰ ਰਾਘਵ। ਡਾਕਟਰ ਸਾਹਿਬ, ਮੈਂ ਤੁਹਾਡਾ ਲੈਕਚਰ ਸੁਣ ਰਿਹਾ ਸੀਗਾ, ਤੁਸੀਂ ਐਨੋਰਿਜ਼ਮ ਤੇ ਗੱਲ ਕੀਤੀ ਹੈ। ਪਹਿਲੇ ਤੇ ਸਿੰਪਲ ਲਫ਼ਜ਼ਾਂ ਦੇ ਵਿੱਚ ਐਨੋਰਿਜ਼ਮ ਹੈ ਕਿ ਲੋਕ ਸੁਣ ਤਾਂ ਲੈਂਦੇ ਨੇ ਵੀ ਐਨੋਰਿਜ਼ਮ ਹੈ, ਐਨੋਰਿਜ਼ਮ ਦਾ ਟ੍ਰੀਟਮੈਂਟ ਕੀ ਹੈ? ਕਿਆ ਇਹ ਅੱਜ ਛੋਟੇ ਬੱਚਿਆਂ 'ਚ ਵੀ ਇਹ ਸਾਹਮਣੇ ਆਉਣ ਲੱਗੀਆਂ ਬ੍ਰੇਨ ਸਟ੍ਰੋਕ ਲਾਈਕ? ਪਹਿਲੇ ਤਾਂ ਮੈਂ ਧੰਨਵਾਦ ਕਰਾਂਗਾ ਕਿ ਇੱਥੇ ਆ ਕੇ ਸਾਰੇ ਡਾਕਟਰਸ ਦਾ ਜਿਹੜੇ ਆਏ ਨੇ ਔਰ ਸਾਨੂੰ ਮੌਕਾ ਦਿੱਤਾ ਗਿਆ ਕੁਝ ਤੁਹਾਡੇ ਰੂਬਰੂ ਹੋਣ ਕੇ ਤੁਹਾਨੂੰ ਕੁਝ ਬਿਮਾਰੀਆਂ, ਜਿਸ ਤਰ੍ਹਾਂ ਹੁਣ ਅੱਜ ਦਾ ਟੌਪਿਕ ਸੀ ਐਨੋਰਿਜ਼ਮ, ਉਹਨੂੰ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਐਨੋਰਿਜ਼ਮ ਹੁੰਦਾ ਕੀ ਹੈ। ਜਿਸ ਤਰ੍ਹਾਂ ਭਾਜੀ ਨੇ ਸਾਨੂੰ ਕੁਐਸਚਨ ਕੀਤਾ, ਐਨੋਰਿਜ਼ਮ ਇੱਕ ਖੂਨ ਦੀ ਨਾੜੀ ਦੀ ਕਮਜ਼ੋਰੀ ਹੈ। ਇਹ ਕਮਜ਼ੋਰੀ ਜਮਾਂਦਰੂ ਹੁੰਦੀ ਹੈ ਖੂਨ ਦੀ ਨਾੜੀ ਦੇ ਵਿੱਚ। ਐਨੋਰਿਜ਼ਮ ਡਿਵੈਲਪ ਬਾਅਦ 'ਚ ਹੁੰਦਾ, ਲੇਕਿਨ ਉਸ ਜਗ੍ਹਾ 'ਤੇ ਡਿਵੈਲਪ ਹੁੰਦਾ ਜਿੱਥੇ ਖੂਨ ਦੀ ਨਾੜੀ ਕਮਜ਼ੋਰ ਹੁੰਦੀ ਹੈ। ਸੋ ਪਹਿਲੇ ਲੋਕੀ ਸੋਚਦੇ ਸੀਗੇ ਕਿ ਐਨੋਰਿਜ਼ਮ ਮੀਨਸ ਕਿ ਦਿਮਾਗ ਦੀ ਨਸ ਫਟ ਕੇ ਖਤਮ ਹੋ ਗਿਆ ਗੱਲ। ਨਹੀਂ, ਇਹ ਗੱਲ ਨਹੀਂ ਹੈ। ਇਹ ਬੀਇੰਗ ਬੱਚਿਆਂ ਤੋਂ, ਬਚਪਨ ਤੋਂ ਕਹਿ ਲਓ ਕਿ ਬਚਪਨ ਤੋਂ ਖੂਨ ਦੀ ਨਾੜੀ 'ਚ ਕਮਜ਼ੋਰੀ ਹੋ ਕੇ ਅੱਗੇ ਡਿਵੈਲਪ ਹੁੰਦੀ ਹੈ। ਇਹ ਜਦੋਂ ਮਰੀਜ਼ ਨੂੰ ਹਾਈਪਰਟੈਂਸ਼ਨ, ਬੀਪੀ ਦੀ ਪ੍ਰੋਬਲਮ ਹੁੰਦੀ ਹੈ, ਉਹ ਬੀਪੀ ਦੇ ਕਾਰਨ ਟਰਬੂਲੈਂਟ ਫਲੋ ਜਿਹੜਾ ਨਾੜੀਆਂ 'ਚ ਚੱਲਦਾ ਹੈ ਬਹੁਤ ਤੇਜ਼, ਉਹਦੇ ਕਾਰਨ ਜਿਹੜੀ ਨਾੜੀ ਕਮਜ਼ੋਰ ਹੁੰਦੀ ਹੈ, ਜਿਸ ਪਾਸੇ ਤੋਂ ਕਮਜ਼ੋਰ ਹੁੰਦੀ ਹੈ, ਉਹਦੇ ਵਿੱਚ ਜਾ ਕੇ ਇੱਕ ਬੁਲਬੁਲਾ ਜਿਹਾ ਡਿਵੈਲਪ ਹੋ ਜਾਂਦਾ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੈਲੂਨ ਡਿਵੈਲਪ ਹੋ ਜਾਂਦਾ। ਉਹ ਬੈਲੂਨ ਉਸ ਸਾਈਡ ਦੇ ਉੱਤੇ ਆਪਣੀ ਟਾਈਮ ਦੇ ਨਾਲ ਹੋਰ ਤੇਜ਼, ਜਦੋਂ ਰੈਗੂਲਰ ਬੀਪੀ ਦਾ ਕੰਟਰੋਲ ਨਹੀਂ ਆਉਂਦਾ, ਲੋਕ ਉਹਨੂੰ ਪ੍ਰੋਪਰ ਫਿਜ਼ੀਸ਼ੀਅਨਸ ਨੂੰ ਜਾ ਕੇ ਜਾਂ ਨਿਊਰੋਲੋਜਿਸਟ ਨੂੰ ਜਾ ਕੇ, ਨਿਊਰੋਸਰਜਨਸ ਨੂੰ ਜਾ ਕੇ ਨਹੀਂ ਦਿਖਾਉਂਦੇ, ਤੇ ਇੱਕ ਦਿਨ ਆ ਕੇ ਉਹ ਆਪਣਾ ਫਟ ਜਾਂਦਾ ਹੈ। ਕਿਉਂ? ਬੀਪੀ ਹਾਈ ਹੋਣ ਦੇ ਕਾਰਨ। ਔਰ ਲੋਕ ਸੋਚਦੇ ਆ ਕਿ ਬੀਪੀ ਹਾਈ ਕਾਰਨ ਨਾੜ ਫਟ ਗਈ ਹੈ, ਲੇਕਿਨ ਇਹ ਦੇਖਿਆ ਜਾਏ ਔਰ ਇਹਦੀ ਸਟੱਡੀ ਕੀਤੀ ਜਾਏ ਤਾਂ ਇਹ ਬਚਪਨ ਤੋਂ ਜਮਾਂਦਰੂ ਹੀ ਨਿਕਲਦਾ ਹੈ। ਅੱਛਾ, ਦੂਸਰੀ ਗੱਲ, ਅੱਜ ਕੱਲ੍ਹ ਯੰਗ ਸਟ੍ਰੋਕ ਬਹੁਤ ਆ ਰਹੀ ਹੈ। ਯੰਗ ਸਟ੍ਰੋਕ ਦੇ ਬੜੇ ਕਾਰਨ ਹੈਗੇ ਆ ਔਰ 10 ਸਾਲ ਦੇ ਬੱਚੇ, 15 ਸਾਲ ਦੇ ਬੱਚੇ ਸਾਡੇ ਕੋਲ ਆ ਰਹੇ ਨੇ ਜਿਹੜੇ ਇੱਕਦਮ ਸਟ੍ਰੋਕ ਹੋਇਆ। ਸਟ੍ਰੋਕ ਮਤਲਬ ਕੀ ਹੈ ਮੈਂ ਉਹ ਵੀ ਦੱਸਣਾ ਚਾਹਾਂਗਾ ਅੱਜ। ਸਟ੍ਰੋਕ ਦਾ ਮਤਲਬ ਹੈ ਨਾੜ ਦੇ ਵਿੱਚ ਬਲੋਕੇਜ ਆ ਗਈ। ਉਹ ਨਾੜ ਦੇ ਵਿੱਚ ਬਲੋਕੇਜ ਦੇ ਕਾਰਨ ਵੱਡਿਆਂ 'ਚ ਹੋਰ ਨੇ, ਛੋਟਿਆਂ 'ਚ ਹੋਰ ਨੇ, ਬੱਚਿਆਂ 'ਚ ਹੋਰ ਨੇ। ਸੋ ਇਹ ਕਾਰਨ ਜਿਹੜੀ ਨਾੜ ਬਲੌਕ ਹੁੰਦੀ ਹੈ ਉਹ ਜਾ ਕੇ ਦਿਮਾਗ ਦੀ ਖੂਨ ਦੀ ਸਪਲਾਈ ਨੂੰ ਕੱਟ ਕਰ ਦਿੰਦੀ ਹੈ ਔਰ ਉਸ ਏਰੀਏ ਦੇ ਵਿੱਚ ਖੂਨ ਨਾ ਜਾਣ ਦੇ ਕਾਰਨ ਉਹਦਾ ਬਾਡੀ 'ਚ ਫੰਕਸ਼ਨ ਜਿਹੜਾ ਉਸ ਬ੍ਰੇਨ ਦੇ ਪਾਰਟ ਨੂੰ ਰਿਲੇਟ ਕਰਦਾ ਹੈ ਉਹ ਡਾਊਨ ਹੋ ਜਾਂਦਾ ਹੈ ਔਰ ਬੱਚੇ ਨੂੰ ਅਧਰੰਗ ਹੋ ਜਾਂਦਾ ਹੈ, ਲੱਤ ਵੀਕ ਹੋ ਜਾਂਦੀ ਹੈ, ਬਾਜੂ ਵੀਕ ਹੋ ਜਾਂਦੀ ਹੈ, ਜਾਂ ਫਿਰ ਉਹਦੀ ਸਪੀਚ, ਬੋਲਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਇਹ ਬਚਪਨ ਦੇ ਵਿੱਚ ਬੱਚਿਆਂ 'ਚ ਦੇਖਿਆ ਜਾ ਰਿਹਾ। ਅੱਜ ਕੱਲ੍ਹ ਮੇਰੇ ਕੋਲ ਬਹੁਤ ਕੇਸਿਸ ਆ ਰਹੇ ਯੰਗ ਸਟ੍ਰੋਕ ਦੇ। ਅੱਛਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਰ ਚੀਜ਼ ਨੂੰ ਅਵੈਲੂਏਟ ਪ੍ਰੋਪਰਲੀ ਕਰੋ। ਅਗਰ ਛੋਟੀ ਜਿਹੀ ਪ੍ਰੋਬਲਮ ਆ ਰਹੀ ਹੈ, ਸਿਰ ਦਰਦ ਆ ਰਿਹਾ ਹੈ ਜਾਂ ਕਿਸੇ ਪਾਸੇ ਦੀ ਵੀਕਨੈਸ ਲੱਗ ਰਹੀ ਹੈ, ਇਮੀਡੀਏਟਲੀ ਤੁਸੀਂ ਡਾਕਟਰਸ ਦੇ ਕੋਲ ਜਾ ਕੇ ਜਾਂ ਸਪੈਸ਼ਲਿਸਟ ਕੋਲ ਜਾ ਕੇ, ਕਿਸੇ ਵੀ ਸਪੈਸ਼ਲਿਸਟ ਤੁਹਾਡੇ ਨਜ਼ਦੀਕੀ ਹੈ ਤਾਂ ਜੋ ਤੁਹਾਨੂੰ ਗਾਈਡ ਕਰ ਸਕਦਾ ਹੈ, ਆਪਣੇ ਨਿਊਰੋਲੋਜਿਸਟ, ਨਿਊਰੋਸਰਜਨਸ, ਮੈਡੀਕਲ ਸਪੈਸ਼ਲਿਸਟ, ਵਾਟਐਵਰ, ਤੁਸੀਂ ਉਹਨੂੰ ਜ਼ਰੂਰ ਮਿਲੋ। ਜਾ ਕੇ ਉਹਨੂੰ ਦਿਖਾ ਕੇ ਆਪਣਾ ਡਾਇਗਨੋਸ ਕਰਾਓ। ਐਡਵਾਈਸ ਕੀਤੇ ਜਾਣ 'ਤੇ MRI ਕਰਾਓ ਸੋ ਦੈਟ ਕਿ ਤੁਹਾਨੂੰ ਜਲਦੀ ਡਾਇਗਨੋਸਿਸ ਹੋ ਜਾਏ ਔਰ ਉਸ ਤੋਂ ਬਾਅਦ ਜਲਦੀ ਟ੍ਰੀਟਮੈਂਟ ਮਿਲ ਜਾਏ ਔਰ ਅਸੀਂ ਇਸ ਜਾਨਲੇਵਾ ਬਿਮਾਰੀ ਤੋਂ ਬਚ ਸਕੀਏ। ਡਾਕਟਰ ਸਾਹਿਬ, ਐਨੋਰਿਜ਼ਮ ਦੇ ਸਿੰਪਟਮਸ ਕੀ ਹੈ? ਤੇ ਤੁਸੀਂ ਦੇਖੋ ਕਿਸ ਤਰ੍ਹਾਂ ਪਤਾ ਚੱਲੇਗਾ ਕਿਸੇ ਨੂੰ ਐਨੋਰਿਜ਼ਮ ਹੈ? ਲੋਕ ਤਾਂ ਆਪਣਾ ਰੂਟੀਨ ਚੈੱਕਅਪ ਕਰਾਉਣ ਨਹੀਂ ਜਾਂਦੇ ਤੇ ਬ੍ਰੇਨ ਦੀ MRI ਸਕੈਨ ਕਿੱਥੋਂ ਕਰਾਉਣ ਜਾਣਗੇ? ਸਭ ਤੋਂ ਵੱਡਾ ਸਿੰਪਟਮ, ਮੇਜਰ ਸਿੰਪਟਮ ਕੀ ਹੋ ਸਕਦਾ ਹੈ? ਸੀਵੀਅਰ ਹੈਡੇਕ। ਸੀਵੀਅਰ ਹੈਡੇਕ ਮੀਨਸ ਅੱਜ ਤੱਕ ਜ਼ਿੰਦਗੀ 'ਚ ਮੈਨੂੰ ਇਹੋ ਜਿਹਾ ਸਿਰਪੀੜ ਹੀ ਨਹੀਂ ਹੋਇਆ ਸੀ ਡਾਕਟਰ ਸਾਹਿਬ ਜਿਹੜਾ ਹੁਣ ਹੋ ਗਿਆ। ਸਭ ਤੋਂ ਵੱਡਾ ਸਿੰਪਟਮ ਹੈ ਐਨੋਰਿਜ਼ਮ ਦਾ। ਜਾਂ ਫਿਰ ਅਗਰ ਉਹ ਐਨੋਰਿਜ਼ਮ ਫਟ ਗਿਆ ਤੇ ਲੀਕ ਹੋ ਰਿਹਾ ਥੋੜਾ ਜਿਹਾ, ਸਭ ਤੋਂ ਪਹਿਲੇ ਹੈਡੇਕ ਹੋਏਗਾ, ਫਿਰ ਉਹਦੇ ਪਾਸੇ ਨੂੰ ਪੈ ਜਾਏਗਾ ਜਿਹੜੇ ਪਾਸੇ ਦੀ ਵੀਕਨੈਸ ਆਏਗੀ ਔਰ ਇਹਨੂੰ ਹੈਡੇਕ ਨੂੰ ਔਰ ਇੱਕ ਸਾਈਡ ਵੀਕਨੈਸ ਨੂੰ ਰਿਲੇਟ ਕਰਕੇ ਹੀ ਡਾਇਗਨੋਜ਼ ਹੋ ਗਿਆ ਕਿ ਐਨੋਰਿਜ਼ਮ ਹੈਗਾ। ਉਸ ਤੋਂ ਉੱਪਰ ਸਾਡੇ ਕੋਲ ਜਿਹੜੀ MRI ਸਪੈਸ਼ਲਿਟੀ ਹੈ, ਉਸ ਤੋਂ ਉੱਪਰ ਐਂਜੀਓਗ੍ਰਾਫੀ ਹੈ, ਕਰਵਾ ਲੈਣੀ ਚਾਹੀਦੀ ਹੈ। ਸੋ ਸਭ ਤੋਂ ਪਹਿਲਾ ਪ੍ਰੋਮੀਨੈਂਟ ਸਿੰਪਟਮ ਹੈ ਸੀਵੀਅਰ ਹੈਡੇਕ। ਮਤਲਬ ਸਿਰ ਦਰਦ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ। ਇਟ ਕੈਨ ਬੀ ਐਨੋਰਿਜ਼ਮ। ਯੈਸ, ਵੈਰੀ ਰਾਈਟ। ਸੋ ਕੋਈ ਵੀ ਸਿਰ ਦਰਦ ਹੈ, ਕਿਸੇ ਤਰ੍ਹਾਂ ਦਾ ਵੀ ਸਿਰ ਦਰਦ ਹੈ ਔਰ ਸਿਰ ਦਰਦ ਦੇ 1000 ਕਾਰਨ ਹੈ, ਉਹਦੇ 'ਚੋਂ ਇੱਕ ਕਾਰਨ ਐਨੋਰਿਜ਼ਮ ਹੈ। ਸਿੰਪਲ ਸਟ੍ਰੈਸ ਦੇ ਕਾਰਨ, ਟੈਨਸ਼ਨ ਦੇ ਕਾਰਨ ਹੈਡੇਕ ਹੁੰਦਾ ਲੋਕਾਂ ਨੂੰ। ਅੱਜ ਕੱਲ੍ਹ ਇੰਨਾ ਦੁਨੀਆਦਾਰੀ ਸਟ੍ਰੈਸ ਬਣ ਚੁੱਕਾ ਹੋਇਆ ਹੈ ਔਰ ਸਿੰਪਲ ਛੋਟੀ ਚੀਜ਼ਾਂ ਤੋਂ ਹੈਡੇਕਸ ਆ ਰਿਹਾ। ਸੋ ਸਾਨੂੰ ਹੈਡੇਕਸ ਨੂੰ ਕਦੀ ਇਗਨੋਰ ਨਹੀਂ ਕਰਨਾ ਚਾਹੀਦਾ। ਤੁਸੀਂ ਜਿਵੇਂ ਯੰਗ
ਸਟ੍ਰੈਸ ਕਿਹਾ ਵੀ ਹੁਣ ਹੋਣ ਲੱਗੇ, ਸਟ੍ਰੋਕ ਹੋਣ ਲੱਗੇ ਤੇ ਉਹਨਾਂ ਨੂੰ ਤਾਂ ਕੋਈ ਸਟ੍ਰੈਸ ਨਹੀਂ ਹੁੰਦਾ, ਕੋਈ ਹਾਈਪਰਟੈਂਸ਼ਨ ਨਹੀਂ ਹੁੰਦੀ, ਫਿਰ ਕੀ ਰੀਜ਼ਨ ਹੈ ਜੀ ਉਹਨਾਂ ਦੇ ਵਿੱਚ ਵੀ ਇਹ ਬਿਮਾਰੀ ਜਿਹੜੀ ਆਉਣ ਲੱਗੀ? ਬੱਚਿਆਂ ਦੇ ਵਿੱਚ ਖੂਨ ਦੇ ਪਦਾਰਥ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਹੋਮੋਸਿਸਟਿਨ ਚੀਜ਼ਾਂ, ਜਿਸ ਤਰ੍ਹਾਂ ਇਹ ਚਲੋ ਮੈਡੀਕਲ ਲੇਮੈਨ ਵਾਸਤੇ ਨਹੀਂ ਪੋਸੀਬਲ ਉਹਨੂੰ ਸਮਝਣਾ, ਲੇਕਿਨ ਬੜੇ ਮੈਟਾਬੋਲਿਕ ਕਾਜ਼ਿਜ਼ ਹੁੰਦੇ ਆ, ਬੜੇ ਕਾਜ਼ਿਜ਼ ਹੈ ਬੱਚਿਆਂ 'ਚ ਹੋਰ ਤਰ੍ਹਾਂ ਦੇ ਹੈਗੇ ਆ। ਬਲੋਕੇਜਿਸ ਉਹਨਾਂ 'ਚ ਸਡਨ ਐਵੀਡੈਂਟ ਨਹੀਂ ਹੁੰਦੀਆਂ ਜਿਸ ਤਰ੍ਹਾਂ ਵੱਡਿਆਂ 'ਚ ਐਵੀਡੈਂਟ ਹੁੰਦੀਆਂ। ਸੋ ਬਲੱਡ ਰਿਲੇਟਡ ਕਾਜ਼ਿਜ਼, ਮੈਟਾਬੋਲਿਕ ਕਾਜ਼ਿਜ਼, ਥੀਸ ਆਲ ਰਿਲੇਟ ਟੂ ਮੇਕ ਅ ਸਟ੍ਰੋਕ। ਸੋ ਬੱਚਿਆਂ 'ਚ ਸਟ੍ਰੋਕ ਦੇ ਕਾਰਨ ਡਿਫਰੈਂਟ ਨੇ ਤੇ ਵੱਡਿਆਂ 'ਚ ਡਿਫਰੈਂਟ ਨੇ। ਸਾਡੇ ਨਾਲ ਨੇ ਡਾਕਟਰ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਵੀ ਜਿਹੜੀ ਹੈਡੇਕ ਜਦੋਂ ਸਵੇਰ ਹੁੰਦੀ ਹੈ, ਤੇਜ਼ ਸਿਰ ਦਰਦ ਹੁੰਦਾ, ਉਹਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ, ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਅੱਜ ਕੱਲ੍ਹ ਦੇਖੋ ਮੈਡੀਕਲ ਸਾਇੰਸ ਇੰਨੀ ਐਡਵਾਂਸ ਹੋ ਗਈ ਕਿ ਹਰ ਬਿਮਾਰੀ ਦਾ ਇਲਾਜ ਹੈ। ਹੁਣ ਨੇ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸੂਰਜ ਸ਼ੂ। ਡਾਕਟਰ ਸਾਹਿਬ ਹਾਰਟ ਨੂੰ ਲੈ ਕੇ ਤੁਸੀਂ ਕਹਿੰਦੇ ਨੇ ਵੀ ਦਿਲ ਸਵਸਥ ਤੇ ਫਿਰ ਠੀਕ ਹੈ, ਨਹੀਂ ਤੇ ਸੁੱਤਾ ਬੰਦਾ ਸੌ ਜਾਂਦਾ। ਦਿਲ ਤੇ ਦੇਖੋ ਸਵਸਥ ਹੀ ਰਹਿਣਾ ਚਾਹੀਦਾ ਹੈ, ਔਰ ਜੋ ਅੱਜ ਕੱਲ੍ਹ ਦਾ ਟਾਈਮ ਚੱਲ ਰਿਹਾ ਹੈ, ਜਿਹੜਾ ਸਾਡਾ ਸੈਡੈਂਟਰੀ ਲਾਈਫ ਸਟਾਈਲ ਹੈ, ਜਿਹਦੇ ਨਾਲ ਕਿ ਓਬੈਸਿਟੀ, ਡਾਇਬਟੀਜ਼, ਹਾਰਟ ਡਿਜ਼ੀਜ਼ ਬਹੁਤ ਜ਼ਿਆਦਾ ਵੱਧ ਰਹੀਆਂ। ਕਾਰਨ ਇਹੋ ਹੀ ਹੈ ਕਿ ਅਸੀਂ ਜਿਹੜਾ ਜੰਕ ਫੂਡ ਖਾ ਰਹੇ ਹਾਂ ਔਰ ਸਾਡਾ ਜਿਹੜਾ ਰਹਿਣ ਸਹਿਣ ਹੈਗਾ ਉਹ ਬਹੁਤ ਗਲਤ ਹੈ। ਹਾਰਟ ਨੂੰ ਸਹੀ ਰੱਖਣ ਵਾਸਤੇ ਸਾਡਾ ਰਹਿਣ ਸਹਿਣ ਔਰ ਸਾਡਾ ਆਹਾਰ ਵਿਹਾਰ ਬਿਲਕੁਲ ਠੀਕ ਹੋਣਾ ਚਾਹੀਦਾ ਤਾਂ ਕਿ ਉਹ ਸਵਸਥ ਰਹਿ ਸਕੇ। ਅੱਛਾ ਡਾਕਟਰ ਸਾਹਿਬ, ਤੁਸੀਂ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹੋ, ਸ਼ਹਿਰ ਦੇ ਵਿੱਚ ਕਰ ਰਹੇ ਹੋ, ਤੇ ਕਿਸ ਤਰ੍ਹਾਂ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ? ਤੇ ਕਈ ਵਾਰੀ ਹੁੰਦਾ ਵੀ ਪੇਸ਼ੈਂਟ ਆਪਣੀ ਕਿਸੇ ਵੀ ਬਿਮਾਰੀ ਨੂੰ ਬਹੁਤ ਹਲਕੇ ਨਾਲ ਲੈਂਦਾ। ਦੇਖੋ ਮੇਰੀ ਜਿਹੜੀ ਮੇਨ ਪ੍ਰੈਕਟਿਸ ਹੈਗੀ ਡੈਟ ਇਜ਼ ਰਿਲੇਟਿਡ ਟੂ ਡਾਇਬਟੀਜ਼ ਓਬੈਸਿਟੀ, ਮੈਂ ਮੇਨ ਪ੍ਰੈਕਟਿਸ ਕਰਦਾ। ਔਰ ਸ਼ਹਿਰ ਦੇ ਵਿੱਚ ਡਾਇਬਟੀਜ਼ ਐਂਡ ਓਬੈਸਿਟੀ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਹੈ, ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਇਹਦਾ ਕਾਰਨ ਖਾਣ ਪੀਣ ਹੈ ਔਰ ਸਾਡਾ ਆਹਾਰ ਵਿਹਾਰ ਹੈ ਔਰ ਸੈਡੈਂਟਰੀ ਲਾਈਫ ਸਟਾਈਲ ਹੈ। ਉਹਦੇ ਨਾਲ ਕਿ ਜਿਹੜਾ ਜਿੰਨੇ ਵੀ ਪੇਸ਼ੈਂਟ ਮੇਰੇ ਕੋਲ ਡਾਇਬਟੀਜ਼ ਦੇ ਆਉਂਦੇ ਆ ਔਰ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਹੁੰਦੀਆਂ ਔਰ 90% ਹਾਰਟ ਡਿਜ਼ੀਜ਼ ਹੈਗੀਆਂ, ਉਹ ਹਾਈਪਰਟੈਂਸ਼ਨ ਤੇ ਹਰ 90% 95% ਹੈਗੀ ਹੈ ਔਰ ਜ਼ਿਆਦਾਤਰ ਕੇਸਿਸ ਮੇਰੇ ਕੋਲ ਡਾਇਬਟੀਜ਼ ਤੇ ਓਬੈਸਿਟੀ ਦੇ ਹੀ ਹੈਗੇ ਆ। ਅੱਛਾ ਡਾਕਟਰ ਸਾਹਿਬ, ਤੁਹਾਡੇ ਕੋਲ ਹੋਰ ਦੇਖਿਓ ਅੰਡਰ ਵਨ ਰੂਫ ਕਿਹੜੀ ਸਪੈਸ਼ਲਾਈਜੇਸ਼ਨ ਤੁਸੀਂ ਦੇ ਰਹੇ ਹੋ ਤੇ ਪੇਸ਼ੈਂਟ ਨੂੰ ਕਿਆ ਮਤਲਬ ਇੱਕ ਕਾਮਨ ਮੈਨ ਨੂੰ ਕਿਆ ਮੈਸੇਜ ਦੇਣਾ ਚਾਹੁੰਦੇ ਹੋ? ਸ਼ੂਰ ਹਸਪੀਟਲ ਇੱਕ ਅਸੀਂ ਆਪਣੇ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੀ ਸਪੈਸ਼ਲਿਟੀ ਪ੍ਰੋਵਾਈਡ ਕਰ ਦਿੱਤੀ ਹੈ। ਵੀ ਹੈਵ 올 ਦਾ ਡਿਪਾਰਟਮੈਂਟਸ ਨਾਓ ਇਨ ਆਵਰ ਹਸਪੀਟਲ। ਔਰ ਜਿਹੜਾ ਆਪਾਂ ਸੈਮੀਨਾਰ ਆਯੋਜਨ ਕੀਤਾ ਉਹਦੇ ਵਿੱਚੋਂ ਅਸੀਂ ਤਿੰਨ ਡਿਪਾਰਟਮੈਂਟਸ ਦਾ ਇਹ ਸੈਮੀਨਾਰ ਰੱਖਿਆ ਸੀਗਾ ਅੱਜ। ਉਹਦੇ ਵਿੱਚ ਨਿਊਰੋ ਡਿਪਾਰਟਮੈਂਟ, ਨਿਊਰੋ ਸਰਜਰੀ ਡਿਪਾਰਟਮੈਂਟ, ਨਿਊਰੋਲੋਜੀ ਡਿਪਾਰਟਮੈਂਟ ਦਾ ਇੱਕ ਸੈਮੀਨਾਰ ਸੀਗਾ, ਪਲੱਸ ਆਰਥੋਪੈਡਿਕ ਐਂਡ ਟਰੋਮਾ ਡਿਪਾਰਟਮੈਂਟ ਦਾ ਇੱਕ ਸੈਮੀਨਾਰ ਸੀਗਾ ਔਰ ਇੱਕ ਹਾਰਟ ਡਿਜ਼ੀਜ਼ ਡਾਇਬਟੀਜ਼ ਤੇ ਇੱਕ ਸੈਮੀਨਾਰ ਸੀਗਾ। ਇਹ ਤਿੰਨ ਟੌਪਿਕ ਲੈ ਕੇ ਅਸੀਂ ਅੱਜ CME ਕੀਤੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਗਾਇਨੀ ਡਿਪਾਰਟਮੈਂਟ, ENT ਡਿਪਾਰਟਮੈਂਟ, ਸਰਜੀਕਲ ਡਿਪਾਰਟਮੈਂਟ, ਹਰ ਤਰ੍ਹਾਂ ਦੀ ਸਰਜਰੀ, ਕੈਂਸਰ ਓਨਕੋਲੋਜੀ, ਦੈਨ ਸਕਿਨ ਡਿਜ਼ੀਜ਼, ਹਰ ਤਰ੍ਹਾਂ ਦਾ ਡਿਪਾਰਟਮੈਂਟ ਅਸੀਂ ਹਸਪੀਟਲ 'ਚ ਪ੍ਰੋਵਾਈਡ ਕੀਤਾ ਹੋਇਆ ਔਰ ਸ਼ਹਿਰ ਦੇ ਲੋਕੀ ਜਿਹੜੇ ਹੈ ਉਹ ਇਹਦਾ ਫਾਇਦਾ ਵੀ ਲੈ ਰਹੇ ਔਰ ਬੜੇ ਘੱਟ ਰੇਟਾਂ 'ਤੇ ਅਸੀਂ OPD ਸਰਵਿਸਿਜ਼ ਵੀ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਹਰ ਤਰ੍ਹਾਂ ਦੇ ਡਾਕਟਰ ਦੀ ਅਸੀਂ OPD ਸਰਵਿਸਿਜ਼, ਜਿਸ ਤਰ੍ਹਾਂ ਅੱਜ ਡਾਕਟਰ ਰਾਘਵ ਵਦਵਾ ਸੀਗੇ, ਡਾਕਟਰ ਇੰਦਰਮੋਹਨ ਸ਼ਰਮਾ ਸੀ, ਡਾਕਟਰ ਅਰਵਿੰਦ ਸ਼ਰਮਾ, ਡਾਕਟਰ ਅਨੀ ਖੰਨਾ, ਇਹ ਸਾਰੇ ਸਾਡੇ ਕੋਲ ਰੈਗੂਲਰ OPDs ਕਰ ਰਹੇ ਆ। ਹੋਰ ਵੀ ਜਿੰਨੇ ENT ਡਿਪਾਰਟਮੈਂਟ, ਗਾਇਨੀ ਡਿਪਾਰਟਮੈਂਟ, ਹਰ ਤਰ੍ਹਾਂ ਦੀ OPD ਵੀ ਅਵੇਲੇਬਲ ਹੈ ਔਰ ਘੱਟ ਰੇਟਾਂ ਦੇ ਅਵੇਲੇਬਲ ਹੈ। ਦੇਖੋ ਡਾਕਟਰ ਸੂਰਜ ਸ਼ੂਰ ਨੇ ਦੱਸਿਆ ਵੀ ਦਿਲ ਨੂੰ ਕਿਵੇਂ ਸਵਸਥ ਰੱਖਿਆ ਜਾ ਸਕਦਾ। ਡਾਇਬਟੀਜ਼ ਬੜੀ ਵੱਧ ਰਹੀ ਹੈ, ਲੋਕਾਂ ਨੂੰ ਆਪਣੇ ਖਾਣ ਪਾਣ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਡਾਕਟਰ ਗਾਇਤਰੀ ਸ਼ੂਰ ਨੇ ਸਾਡੇ ਨਾਲ। ਡਾਕਟਰ ਸਾਹਿਬ, ਮੈਂ ਸੁਣ ਰਿਹਾ ਸੀ ਤੁਹਾਡਾ ਸਭ ਨੇ ਤਾਂ ਗੱਲ ਕੀਤੀ ਵੀ ਬਿਮਾਰੀ ਹੋ ਜਾਏ, ਬਿਮਾਰੀ ਨੂੰ ਕਿੱਦਾਂ ਠੀਕ ਕਰੇ। ਤੁਸੀਂ ਇੱਕ ਗੱਲ ਕੀਤੀ ਹੈ ਵੀ ਬਿਮਾਰੀ ਹੋਏ ਹੀ ਨਾ, ਇਹਦੇ ਵੱਲ ਲੋਕਾਂ ਦਾ ਧਿਆਨ ਨਹੀਂ ਹੈ। हाँ जी, जैसे कि आजकल जो लाइफस्टाइल है वो बहुत ज़्यादा ख़राब हो चुका है, तो हम बीमारियों की तो बात करते हैं, बट मेरे दिमाग में आता है कि हम शुरू से ही, बचपन से ही हम बहुत सारी राइम्स ऐसी पढ़ते हैं, अर्ली टू बेड अर्ली टू राइज, मेक से मैन हेल्दी वेल्दी एंड वाइज। आखिर क्यों सिखाई जाती थी ये? मेरे ख्याल में इसका पर्पज़ यही था कि हमें हेल्दी लाइफ कैसे जीनी है, उसके लिए सबसे पहले हमें जल्दी उठना चाहिए, जल्दी सोना चाहिए। दीज आर द बेसिक फंडामेंटल्स थिंग्स दैट वी हैव टू फॉलो। और भी कई तरह के छोटे छोटे ऐसे रूल्स हैं जो हम बड़ी आसानी से फॉलो कर सकते हैं हम, और डिज़ीज़ की इस हॉरिबल सिचुएशन में पहुंचने से पहले उससे हम बच सकते हैं या अपने आप को बचाव रख सकते हैं और एक हेल्दी लाइफ जी सकते हैं। तो मेरे ख्याल में हम लोगों को एज ए डॉक्टर लोगों को समझाना चाहिए, और हम समझाते भी हैं। इन माई OPD आई ऑलवेज काउंसिल माई पेशेंट अबाउट डाइट, लाइफस्टाइल, वॉट एवर प्रॉब्लम दे आर फेसिंग।
हम हमेशा ये अपने हॉस्पिटल में भी कहते हैं कि दवाइयों का यूज़ हम कम करें, लेकिन बीमारी होने पर डॉक्टर को ज़रूर दिखाना है। ऐसा नहीं कि बहुत सारे लोग कहते हैं कि बीपी की दवाई हमने छोड़ दी, थायराइड की छोड़ दी, ऐसा भी नहीं होना चाहिए। अगर आपको प्रॉब्लम है तो आप डॉक्टर को ज़रूर दिखाएं और साथ ही अपना लाइफस्टाइल खान पान चेंज करके अपनी उस बीमारी से जल्दी राहत पाएँ। डॉक्टर साहब, आप गायनेकोलॉजिस्ट हैं, किस तरह की देखिए बीमारियां महिलाओं में इस तरह देखने को आ रही हैं? क्योंकि बात वही आ जाती है कि आजकल लोग अपनी हेल्थ को लेकर जो हैं वो सजग नहीं हैं। तब आपके पास आते हैं, जैसे कोई ब्रेस्ट कैंसर, सर्वाइकल कैंसर, तब आते हैं डॉक्टर के पास जब देर हो चुकी होती है। जी हाँ, बिल्कुल सही है कि जब काफ़ी लेट हो चुका होता है तब लोग आते हैं। पहले कहीं इधर उधर से दवाई ले ली, छोटी सी प्रॉब्लम हुई, ब्लीडिंग हुई, सपोज़ ब्लीडिंग हुई, पोस्ट मेनोपॉजल ब्लीडिंग हुई, तो कहीं से गए दवाई ले ली, ब्लीडिंग बंद होगी। लेकिन उनको ये नहीं पता होता कि पोस्ट मेनोपॉजल ब्लीडिंग मतलब मेंसेस बंद होने के 1 साल के बाद अगर आपको ब्लीडिंग हो रही है तो दैट कैन बी द कॉज ऑफ कैंसर ऑल्सो। तो छोटी सी साइन बॉडी देती है, उसको आपको समझना होगा और अपने डॉक्टर के पास जाके कंसल्ट करके उसकी डायग्नोसिस करानी है। ऐसी छोटी छोटी कई बीमारियां हैं। गिल्टी देखी, ब्रेस्ट में गिल्टी है, इग्नोर मारा, किसी ने कह दिया यहाँ से फांडा करा लो, वहाँ से फांडा करा लो, ये डॉक्टर से दिखा लो। तो दीज आर थिंग्स दैट आर गोइंग इन द सोसाइटी एंड दैट इज़ वेरी पेनफुल। एक डॉक्टर ने आपसे कुछ भी नहीं लेना, एक डॉक्टर ने आपकी जान बचाने के लिए आपको उपाय बताने हैं, तो आप वहाँ जाने से क्यों गुरेज करते हैं? आप एक बार ओपीडी में कंसल्ट कीजिए, आपको डॉक्टर बता देंगे आपको कौन सी बीमारी है। आगे आपकी मर्जी कि आपने ट्रीटमेंट कहाँ से कराना है, कैसे कराना है। तो यू शुड मस्ट विजिट योर डॉक्टर इफ़ एनीथिंग रॉन्ग हैपनिंग इन योर बॉडी। अच्छा डॉक्टर साहब, आज का आपने संदेश दिया है, खाओ, हंसो, सोवो, क्या है वो? थोड़ा खाइए, पूरा सोइए और दुगना हंसिए। आज देखते हैं लाफ्टर क्लब चले हुए हैं। हंसना अपने आप में एक बहुत ही अच्छी चीज़ है जो आपको डी स्ट्रेस करती है। वंस यू विल डी स्ट्रेस, योर ब्रेन विल वर्क, योर हार्ट विल वर्क, योर सर्कुलेशन विल इंक्रीज। उसी तरह से अगर आप पूरा सोइए, पूरा सोने का मतलब दिन भर सोते रहना नहीं, नाइट स्लीप इज़ मच इम्पॉर्टेंट। 6 to 8 आवर की स्लीप हर इंसान के लिए बहुत ज़रूरी है। वो आप पूरा सोइए और खाने की बात मैंने की कि आधा खाइए। हमेशा अपने पेट की भूख से थोड़ा कम खाना चाहिए सो दैट कि आपका डाइजेशन जो है वो अच्छा रहे। वंस योर डाइजेशन विल बी गुड तो आपकी इम्यूनिटी जो होगी स्ट्रॉन्ग होगी एंड स्लोली ये चेन बनती जाएंगी एंड यू विल बी हेल्दियर। ये थे एशियन शूर हॉस्पिटल ਦੇ ਡਾਕਟਰ। ਦੇਖੋ ਕਿਸ ਤਰ੍ਹਾਂ ਇਹਨਾਂ ਨੇ ਸੈਮੀਨਾਰ ਦਾ ਆਯੋਜਨ ਕੀਤਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਆਈ ਹੈ, ਡਾਕਟਰ ਗਾਇਤਰੀ ਸ਼ੂਰ ਨੇ ਜਿਹੜਾ ਮੈਸੇਜ ਦਿੱਤਾ ਵੀ ਘੱਟ ਖਾਓ, ਪੂਰਾ ਸੌਵੋ ਤੇ ਦੁਨਾ ਹੱਸੋ ਤੇ ਬਿਮਾਰੀਆਂ ਤੋਂ ਦੂਰ ਰਹੋਗੇ, ਡਾਕਟਰ ਦੀ ਲੋੜ ਹੀ ਨਹੀਂ ਪਊਗੀ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।